ਦੀਵਾਲੀ ਦੀ ਰਾਤ ਦੀਵੇ ਬਾਲੀਨ, ਦੀਵੇ ਬਾਲੀਨ। ਇਹ ਸ਼ਬਦ ਦੀਵਾਲੀ ਦੀ ਰਾਤ ਦੀਵੇ ਬਾਲੀਨ, ਤਾਰੇ ਜਾਸਨਾਤ ਅੰਬਰ ਭਾਲੀਨ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਨ, ਤੀਰਥ ਜਾਤੀ ਜਾਤ ਨੈਣ ਨਿਹਾਲੀਨ, ਹਰ ਚੰਦਿਓਰੀ ਝਾਤ ਵਸਾਏ ਉਚਾਲੀਨ, ਗੁਰਮੁਖ ਸੁਖ ਫਲਦਾਤ ਸ਼ਬਦ ਸੰਭਾਲੀਨ। ਇਹ ਸ਼ਬਦ ਤਕਰੀਬਨ ਦੀਵਾਲੀ ਵਾਲੇ ਦਿਨ ਗੁਰਦੁਆਰਿਆਂ ਦੇ ਵਿੱਚ ਪੜ੍ਹਿਆ ਜਾਂਦਾ ਹੈ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਉੱਥੇ ਵੀ ਪੜ੍ਹਿਆ ਜਾਂਦਾ ਹੈ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਹੀਂ ਹੈ, ਇਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਹੈ। ਇਹ ਭਾਈ ਗੁਰਦਾਸ ਜੀ ਦੀ 19ਵੀਂ ਵਾਰ ਦੀ 6ਵੀਂ ਪੌੜੀ ਹੈ। ਜ਼ਿਆਦਾਤਰ ਰਾਗੀ ਇਸ ਸ਼ਬਦ ਦਾ ਅਰਥ ਭਾਵ ਜਿਹੜਾ ਉਹ ਨਹੀਂ ਦੱਸਦੇ, ਜਿਹਦੇ ਕਰਕੇ ਸੰਗਤ ਕਈ ਵਾਰ ਮਿਸਗਾਈਡ ਵੀ ਹੋ ਜਾਂਦੀ ਹੈ। ਇਸ ਤਰ੍ਹਾਂ ਲੱਗ ਰਿਹਾ ਹੁੰਦਾ ਹੈ ਇਸ ਸ਼ਬਦ ਦੀ ਟੇਕ ਤੋਂ, ਪਹਿਲੀ ਪੰਕਤੀ ਤੋਂ, ਕਿ ਜਿਸ ਤਰ੍ਹਾਂ ਭਾਈ ਸਾਹਿਬ ਇਹ ਕਹਿ ਰਹੇ ਹੋਣ ਕਿ ਦੀਵਾਲੀ ਵਾਲੀ ਰਾਤ ਨੂੰ ਦੀਵੇ ਬਾਲ ਲਓ ਜਾਂ ਦੀਵੇ ਬਾਲਣੇ ਚਾਹੀਦੇ ਹਨ। ਪਰ ਇਸ ਸ਼ਬਦ ਦਾ ਦੀਵਾਲੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਤਾਲੁਕ ਨਹੀਂ ਹੈ। ਇਹ 6 ਪੰਕਤੀਆਂ ਦਾ ਸ਼ਬਦ ਹੈ। 5 ਪੰਕਤੀਆਂ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਉਦਾਹਰਨਾਂ ਦਿੰਦੇ ਹਨ ਅਤੇ 6ਵੀਂ ਪੰਕਤੀ ਦੇ ਵਿੱਚ ਇਸ ਦਾ ਤਤਸਾਰ ਦੱਸਦੇ ਹਨ, ਗੁਰੂ ਦਾ ਸਿਧਾਂਤ ਦੱਸਦੇ ਹਨ। ਇਸ ਸ਼ਬਦ ਦੇ ਵਿੱਚ ਪਹਿਲੀ ਪੰਕਤੀ ਦੇ ਵਿੱਚ ਉਦਾਹਰਨ ਕੀ ਦਿੰਦੇ ਕਿ ਦੀਵਾਲੀ ਦੀ ਰਾਤ ਦੀਵੇ ਬਾਲੀਨ, ਕਿ ਦੀਵਾਲੀ ਵਾਲੇ ਦਿਨ ਨੂੰ ਲੋਕ ਦੀਵੇ ਬਾਲਦੇ ਹਨ, ਪਰ ਉਹ ਦੀਵੇ ਜ਼ਿਆਦਾ ਦੇਰ ਤੱਕ ਜਗਦੇ ਨਹੀਂ ਰਹਿੰਦੇ। ਦੇਖਦੇ ਹਾਂ ਕਿ ਜਦੋਂ ਹੀ ਤੇਲ ਖਤਮ ਹੋ ਜਾਂਦਾ ਦੀਵਾ ਬੁੱਝ ਜਾਂਦਾ ਹੈ। ਤਾਰੇ ਜਾਸਨਾਤ ਅੰਬਰ ਭਾਲੀਨ, ਦੂਸਰੀ ਐਗਜ਼ਾਮਪਲ ਦਿੰਦੇ, ਅਸਮਾਨ ਦੇ ਵਿੱਚ ਤਾਰੇ ਦਿਖਾਈ ਦਿੰਦੇ ਹਨ, ਪਰ ਜਿਸ ਤਰ੍ਹਾਂ ਹੀ ਲੋ ਲੱਗਦੀ ਹੈ ਤਾਰੇ ਦਿਖਾਈ ਦੇਣੋਂ ਬੰਦ ਹੋ ਜਾਂਦੇ, ਭਾਵ ਕਿ ਉਹ ਵੀ ਜ਼ਿਆਦਾ ਦੇਰ ਤੱਕ ਨਹੀਂ ਰਹਿੰਦੇ। ਤੀਸਰੀ ਐਗਜ਼ਾਮਪਲ ਦਿੰਦੇ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਨ, ਕਿ ਬਗੀਚੇ ਦੇ ਵਿੱਚ ਬੜੇ ਸੋਹਣੇ ਸੋਹਣੇ ਫੁੱਲ ਖਿੜੇ ਹੁੰਦੇ, ਮਾਲੀ ਆਉਂਦਾ ਚੁਣ ਚੁਣ ਕੇ ਉਹਨਾਂ ਨੂੰ ਤੋੜ ਲੈਂਦਾ, ਬਗੀਚੇ ਦੀ ਜਿਹੜੀ ਸੁੰਦਰਤਾ ਹੈ ਉਹ ਵੀ ਖਤਮ ਹੋ ਜਾਂਦੀ ਅਤੇ ਜਿਹੜੀ ਫੁੱਲਾਂ ਦੀ ਖੁਸ਼ਬੂ ਹੈ, ਉਹਨਾਂ ਦੀ ਸੁੰਦਰਤਾ ਹੈ, ਉਹ ਵੀ ਖਤਮ ਹੋ ਜਾਂਦੀ ਹੈ। ਅਗਲੀ ਐਗਜ਼ਾਮਪਲ ਚੌਥੀ ਦਿੰਦੇ, ਤੀਰਥ ਜਾਤੀ ਜਾਤ ਨੈਣ ਨਿਹਾਲੀਨ, ਕਿ ਲੋਕ ਤੀਰਥਾਂ ਦੇ ਉੱਤੇ ਜਾਂਦੇ ਪਰ ਉੱਥੇ ਹੀ ਬੈਠੇ ਨਹੀਂ ਰਹਿੰਦੇ। ਮੇਲੇ ਲੱਗਦੇ ਹੈ ਤੀਰਥਾਂ ਦੇ 2 4 10 ਇੰਨੇ ਕੁ ਦਿਨ ਲੱਗਦੇ, 15 ਦਿਨ ਲੱਗਦੇ, ਪਰ ਉਹ ਵੀ ਜਿਹੜਾ ਹੈ ਖਤਮ ਹੋ ਜਾਂਦੇ ਹੈ, ਲੋਕ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ, ਭਾਵ ਕਿ ਉਹ ਵੀ ਜਿਹੜੀ ਰੌਣਕ ਹੈ ਜ਼ਿਆਦਾ ਦੇਰ ਤੱਕ ਨਹੀਂ ਰਹਿੰਦੀ। ਅਗਲੀ ਐਗਜ਼ਾਮਪਲ ਦਿੰਦੇ ਪੰਜਵੀਂ, ਹਰ ਚੰਦਿਓਰੀ ਝਾਤ ਵਸਾਏ ਉਚਾਲੀਨ, ਕਿ ਆਕਾਸ਼ ਦੇ ਵਿੱਚ ਬੱਦਲਾਂ ਦੇ ਮਹੱਲ ਬਣੇ ਹੁੰਦੇ ਆ, ਪਰ ਉਹਨਾਂ ਦੀ ਵੀ ਕੋਈ ਹੋਂਦ ਨਹੀਂ ਹੁੰਦੀ। ਜਿਸ ਤਰ੍ਹਾਂ ਅਸੀਂ ਕੋਈ ਇਸ ਤਰ੍ਹਾਂ ਦਾ ਜਿਹੜੀ ਐਗਜ਼ਾਮਪਲ ਦੇ ਰਹੇ ਹਨ ਕਿ ਕੋਈ ਆਪਾਂ ਚੰਗਾ ਸੁਪਨਾ ਲੈਂਦੇ ਹਾਂ, ਆਪਣੇ ਮਨ ਦੇ ਅੰਦਰ ਵੱਡੇ ਵੱਡੇ ਜਿਹੜੇ ਹੈ ਮਹੱਲ ਬਣਾ ਲੈਂਦੇ ਹਾਂ, ਸੁਪਨਾ ਲੈਂਦੇ ਹਾਂ ਕਿ ਜਿਸ ਤਰ੍ਹਾਂ ਹੀ ਜਿਹੜਾ ਹੈ ਸਾਡਾ ਸੁਪਨਾ ਟੁੱਟਦਾ ਹੈ ਫਿਰ ਅਸੀਂ ਉੱਥੇ ਆ ਜਾਂਦੇ ਹਾਂ। ਭਾਵ ਕਿ ਸੰਸਾਰ ਦੀ, ਭਾਈ ਸਾਹਿਬ ਦੱਸ ਕੇ ਰਹੇ ਕਿ ਸੰਸਾਰ ਦੀ ਜਿਹੜੀ ਹਰ ਚੀਜ਼ ਜਿਹੜੀ ਹੈ ਉਹ ਨਾਸ਼ਵਾਨ ਹੈ, ਕੋਈ ਵੀ ਚੀਜ਼ ਜਿਹੜੀ ਹੈ ਉਹ ਰਹਿਣ ਵਾਲੀ ਨਹੀਂ ਹੈ। ਜੋ ਗੁਰਮੁਖ ਇਸ ਨਾਸ਼ਵਾਨਤਾ ਨੂੰ ਪਹਿਚਾਣ ਲੈਂਦੇ ਹਨ, ਗੁਰਮੁਖ ਜਿਹੜੇ ਹੈ ਇਸ ਨਾਸ਼ਵਾਨਤਾ ਨੂੰ ਉਹ ਪਹਿਚਾਣ ਲੈਂਦੇ ਹਨ ਅਤੇ ਉਹ ਗੁਰੂ ਵੱਲ ਨੂੰ ਜਿਹੜਾ ਹੈ ਮੁੱਖ ਕਰਕੇ ਚੱਲਦੇ ਹਨ, ਭਾਵ ਕਿ ਗੁਰੂ ਦੀ ਗੱਲ ਨੂੰ ਮੰਨਦੇ ਹਨ, ਗੁਰੂ ਦਾ ਉਪਦੇਸ਼ ਹੈ ਉਸ ਨੂੰ ਹਿਰਦੇ ਦੇ ਵਿੱਚ ਵਸਾ ਲੈਂਦੇ ਹਨ ਅਤੇ ਆਪਣਾ ਜਿਹੜਾ ਜੀਵਨ ਹੈ ਉਹਦੇ ਅਨੁਸਾਰ ਹੀ ਜਿਹੜਾ ਹੈ ਆਪਣਾ ਜੀਵਨ ਬਤੀਤ ਕਰਦੇ ਹਨ। ਸ਼ਬਦ ਨੂੰ ਹਿਰਦੇ ਵਿੱਚ ਸੰਭਾਲ ਲੈਂਦੇ ਹਨ, ਜਿਹਦੇ ਕਰਕੇ ਉਹਨਾਂ ਨੂੰ ਸਦੀਵੀ ਜਿਹੜੀ ਹੈ ਆਤਮਿਕ ਅਡੋਲਤਾ, ਆਤਮਿਕ ਸ਼ਾਂਤੀ, ਆਤਮਿਕ ਸੁੱਖ ਜਿਹੜਾ ਹੈ ਉਹਨਾਂ ਨੂੰ ਸਦੀਵੀ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਜਿੰਨੀ ਵੀ ਸੰਸਾਰ ਦੀਆਂ ਚੀਜ਼ਾਂ ਹੈ ਇਹ ਸਾਡੇ ਨਾਲ ਨਹੀਂ ਜਾਣੀਆਂ, ਸਾਡਾ ਸਰੀਰ ਵੀ ਜਿਹੜਾ ਹੈ ਇੱਥੇ ਸੜ ਜਾਣਾ ਹੈ, ਜੇ ਨਾਲ ਜਾਣਾ ਹੈ ਤਾਂ ਇਹ ਸ਼ਬਦ ਜਾਣਾ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੱਸ ਰਹੇ ਹਨ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ, ਜਹ ਮਹਾਂ ਭਿਆਨ ਦੂਤ ਜਮ ਦਲੇ, ਤਹ ਕੇਵਲ ਨਾਮ ਸੰਗ ਤੇਰੇ ਚਲੇ, ਕਿ ਜਿੱਥੇ ਮਾਤਾ ਪਿਤਾ ਭੈਣ ਭਰਾ ਰਿਸ਼ਤੇਦਾਰ ਦੋਸਤ ਮਿੱਤਰ ਸਹਾਈ ਨਹੀਂ ਹੋਣੇ, ਉੱਥੇ ਇਹ ਸ਼ਬਦ ਨੇ ਸਹਾਈ ਹੋਣਾ ਹੈ।
ਸਰੀਰ ਨੇ ਇੱਥੇ ਸੜ ਜਾਣਾ ਹੈ, ਹਰ ਚੀਜ਼ ਇੱਥੇ ਰਹਿ ਜਾਣੀ ਹੈ, ਪਰ ਇਹ ਜਿਹੜਾ ਸ਼ਬਦ ਹੈ ਇਹ ਨਾਲ ਜਾਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਹਨ, ਅਗਨ ਨਾ ਦਹੇ ਪਵਨ ਨਹੀਂ ਮਗਨੇ ਤਸਕਰ ਨੀਰ ਨਾ ਆਵੇ, ਰਾਮ ਨਾਮ ਧਨ ਕਰ ਸੰਚਿਓਨੀ ਸੋ ਧਨ ਕਤੂ ਨਾ ਜਾਵੇ। ਕਿ ਇਹ ਸ਼ਬਦ ਨੂੰ ਜਿਹੜਾ ਹੈ ਇਹ ਰੱਬੀ ਬਾਣੀ ਨੂੰ, ਇਲਾਹੀ ਬਾਣੀ ਨੂੰ ਨਾ ਤਾਂ ਕੋਈ ਅੱਗ ਸਾੜ ਸਕਦੀ ਹੈ, ਨਾ ਹਵਾ ਉਡਾ ਕੇ ਲੈ ਕੇ ਜਾ ਸਕਦੀ ਹੈ, ਤੇ ਨਾ ਹੀ ਇਸ ਨੂੰ ਜਿਹੜਾ ਹੈ ਕੋਈ ਠੱਗ, ਕੋਈ ਚੋਰ ਇਸ ਨੂੰ ਚੁਰਾ ਸਕਦਾ ਹੈ। ਤਾਂ ਗੁਰੂ ਸਾਹਿਬ ਸਾਨੂੰ ਉਪਦੇਸ਼ ਦਿੰਦੇ ਹੈ ਕਿ ਤੁਸੀਂ ਇਸ ਦੌੜ ਭਰੀ ਜ਼ਿੰਦਗੀ ਦੇ ਵਿੱਚ, ਕਲਯੁਗ ਦੇ ਵਿੱਚ ਸ਼ਾਂਤੀ ਪ੍ਰਾਪਤ ਕਰਨੀ ਹੈ, ਇਸ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਵੀ ਜਿਹੜਾ ਤੁਹਾਡੇ ਨਾਲ ਜਾਣਾ ਹੈ। ਤੇ ਕਹਿੰਦੇ ਕਿ ਕਲਯੁਗ ਕਾ ਧਰਮ ਕਹੋ ਤੁਮ ਭਾਈ ਕਿਵ ਛੂਟੇ ਹਮ ਛੁਟਕਾਕੀ, ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤੈਰ ਤਰਾਕੀ। ਇਹ ਜਿਹੜਾ ਨਾਮ ਹੈ, ਇਹ ਸ਼ਬਦ ਹੀ ਹੈ, ਇਹੀ ਬੇੜੀ ਔਰ ਤੁਲਹਾ ਹੈ ਜਿਹਨੇ ਤੁਹਾਨੂੰ ਇਸ ਸੰਸਾਰ ਤੇ ਜਿਹੜਾ ਹੈ ਅਗਲੇ ਸੰਸਾਰ ਦੇ ਵਿੱਚ ਵੀ ਤੁਹਾਡਾ ਜਿਹੜਾ ਹੈ ਪਰਲੋਕ ਦੇ ਵਿੱਚ ਵੀ ਇਹਨੇ ਸਹਾਈ ਹੋਣਾ ਹੈ। ਤੇ ਇਹਨੂੰ ਇਕੱਠਾ ਕਰਨ ਨੂੰ ਕਹਿ ਰਿਹਾ ਗੁਰੂ ਸਾਹਿਬ, ਕਹਿੰਦੇ ਵੀ ਜਪ ਤਪ ਕਾ ਬਨ ਬੇੜਲਾ ਜਿਤ ਲੰਗੇ ਬਹੇਲਾ, ਨਾ ਸਰਵਰ ਨਾ ਉਛਲੇ ਐਸਾ ਪੰਨ ਸੁਹੇਲਾ। ਵੀ ਇਹਨੂੰ ਇਕੱਠਾ ਕਰੋ, ਇਹ ਪਰਮਾਤਮਾ ਦਾ ਨਾਮ ਨੂੰ ਇਕੱਠਾ ਕਰੋ। ਬਾਕੀ ਇਹ ਜਿਹੜਾ ਸ਼ਬਦ ਹੈ, ਦੀਵਾਲੀ ਦੀ ਰਾਤ ਦੀਵੇ ਬਾਲੀਨ, ਜਿਸ ਨੂੰ ਜਿਹੜਾ ਹੈ ਟੇਕ ਬਣਾਇਆ ਜਾਂਦਾ ਹੈ ਇਸੇ ਪੰਕਤੀ ਨੂੰ, ਇਸ ਦਾ ਜਿਹੜਾ ਹੈ ਦੀਵਾਲੀ ਵਾਲੇ ਦਿਨ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵਾਸਤਾ ਨਹੀਂ ਹੈ। ਨਾ ਹੀ ਭਾਈ ਸਾਹਿਬ ਤੁਹਾਨੂੰ ਇਹ ਕਹਿ ਰਹੇ ਹਨ ਕਿ ਤੁਸੀਂ ਦੀਵਾਲੀ ਵਾਲੀ ਰਾਤ ਨੂੰ ਜਿਹੜਾ ਹੈ ਦੀਵੇ ਬਾਲਣੇ ਹਨ। ਅੱਜ ਜਦੋਂ ਅਸੀਂ ਇਹ ਸ਼ਬਦ ਨੂੰ ਬਾਰ-ਬਾਰ ਸੁਣਦੇ ਹਾਂ ਦੀਵਾਲੀ ਵਾਲੇ ਦਿਨ, ਤੇ ਅਸੀਂ ਜਿਹੜਾ ਹੈ ਦੀਵੇ ਬਾਲਣ ਤੱਕ ਹੀ ਜਿਹੜਾ ਸੀਮਿਤ ਰਹਿ ਗਏ ਹਾਂ, ਇਸ ਤੋਂ ਅੱਗੇ ਵਧ ਹੀ ਨਹੀਂ ਪਾ ਰਹੇ। ਜੋ ਬੰਦੀ ਛੋੜ ਦਿਵਸ ਦਾ ਸਾਨੂੰ ਜਿਹੜਾ ਹੈ ਉਸ ਦਿਨ ਅਸੀਂ ਆਪਣੇ ਸ਼ਾਨਮਤੇ ਇਤਿਹਾਸ ਨੂੰ ਯਾਦ ਕਰਨਾ ਹੁੰਦਾ, ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਹੁੰਦਾ ਹੈ। ਇਹ ਵਹਿਮਾਂ ਭਰਮਾਂ ਪਖੰਡਾਂ ਤੋਂ ਉੱਪਰ ਉੱਠਣਾ ਹੁੰਦਾ ਹੈ, ਇਹਨਾਂ ਨੂੰ ਛੱਡਣਾ ਹੁੰਦਾ ਹੈ, ਸਾਰੇ ਬੰਧਨਾਂ ਤੋਂ ਮੁਕਤੀ ਪ੍ਰਾਪਤ ਕਰਨੀ ਹੁੰਦੀ ਹੈ। ਉਹ ਨਾ ਕਰਕੇ ਅਸੀਂ ਜਿਹੜਾ ਹੈ ਦੀਵੇ ਬਾਲਣ ਤੱਕ ਹੀ ਸੀਮਿਤ ਹੁੰਦੇ ਜਾ ਰਹੇ ਹਾਂ। ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਜਿਹੜਾ ਹੈ ਲੱਗੇ ਹੋਏ ਹਨ ਜਿਹੜੇ ਸਿੱਖੀ ਨੂੰ ਢਾਹ ਲਾਉਣਾ ਚਾਹੁੰਦੇ ਹਨ। ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇੱਕ ਪੰਕਤੀ ਚੁੱਕਦੇ ਹਨ ਤੇ ਉਹ ਜਿਹੜਾ ਹੈ ਦੱਸ ਕੇ ਲੋਕਾਂ ਨੂੰ ਮਿਸਗਾਈਡ ਕਰਦੇ ਰਹਿੰਦੇ ਹਨ। ਜਦੋਂ ਤੱਕ ਅਸੀਂ ਪੂਰੇ ਸ਼ਬਦ ਨੂੰ ਨਹੀਂ ਪੜ੍ਹਦੇ, ਕਿਉਂਕਿ ਬਹੁਤ ਸਾਰੀ ਬਾਣੀ ਜਿਹੜੀ ਹੈ ਜਿਹਦੇ ਵਿੱਚ ਪਹਿਲੇ ਗੁਰੂ ਸਾਹਿਬਾਨ ਨੇ ਦੱਸਿਆ ਕਿ ਇਹ ਲੋਕ ਇਸ ਤਰ੍ਹਾਂ ਕਹਿ ਰਹੇ ਹਨ, ਫਿਰ ਜਾ ਕੇ ਆਪਣਾ ਨਿਰਣਾ ਦਿੱਤਾ ਹੈ, ਉਸ ਦਾ ਤੱਤਸਾਰ ਦੱਸਿਆ ਵੀ ਅਸਲ ਗੱਲ ਇਹ ਹੈ। ਜਿਸ ਤਰ੍ਹਾਂ ਭਾਈ ਸਾਹਿਬ ਨੇ ਪਹਿਲੇ 5 ਐਗਜ਼ਾਮਪਲਾਂ ਦਿੱਤੀਆਂ, ਫਿਰ 6ਵੇਂ ਦੇ ਵਿੱਚ ਜਾ ਕੇ ਗੁਰੂ ਦਾ ਸਿਧਾਂਤ ਦੱਸਿਆ ਹੈ ਵੀ ਆਹ ਹੈ ਗੱਲ। ਜਿਹੜਾ ਹੈ ਜਪਜੀ ਸਾਹਿਬ ਦਾ ਤੁਸੀਂ ਪਾਠ ਕਰਦੇ ਹੋ, ਇੱਕ ਐਗਜ਼ਾਮਪਲ ਦੇ ਰਿਹਾ ਜਿਸ ਤਰ੍ਹਾਂ ਹੁੰਦਾ ਕਿ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ। ਇੱਥੇ ਤੱਕ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਇਹਦਾ ਅਰਥ ਕੀ ਨਿਕਲਦਾ ਕਿ ਸੰਸਾਰ ਜਿਹੜੇ ਹੈ ਮਾਇਆ ਦੀ ਪ੍ਰਸਤੁਤੀ ਹੋਈ, ਉਹਦੇ 3 ਪੁੱਤਰ ਹੋਏ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਭਾਵ ਕਿ ਇੱਕ ਬ੍ਰਹਮਾ ਇੱਕ ਵਿਸ਼ਨ ਤੇ ਇੱਕ ਮਹੇਸ਼। ਕਿ ਇੱਕ ਜਿਹੜਾ ਜਿਸ ਤਰ੍ਹਾਂ ਦੁਨੀਆ ਦੇ ਲੋਕ ਕਹਿੰਦੇ ਵੀ ਇੱਕ ਜਿਹੜਾ ਹੈ ਪੈਦਾ ਕਰਦਾ, ਦੂਸਰਾ ਰਿਜ਼ਕ ਦਿੰਦਾ, ਤੀਸਰਾ ਫਿਰ ਨਿਵਾਰਨ ਕਰਦਾ। ਤੇ ਅਗਲੀ ਪੰਕਤੀ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਹੈ ਇਹਨਾਂ ਤਿੰਨਾਂ ਦੇ ਉੱਤੇ ਜਿਹੜਾ ਹੈ ਕੰਡੈਮਨ ਕਰ ਦਿੱਤਾ ਇਹਨਾਂ ਨੂੰ, ਕਹਿੰਦੇ ਜਿਵ ਤਿਸ ਪਾਵੇ ਤਿਵੇਂ ਚਲਾਵੇ ਜਿਵ ਹੋਏ ਫਰਮਾਨ। ਕਿ ਜਿਸ ਤਰ੍ਹਾਂ ਇੱਕ ਨੂੰ ਪਾਉਂਦਾ ਹੈ, ਜਿਸ ਤਰ੍ਹਾਂ ਇੱਕ ਨੂੰ ਚੰਗਾ ਲੱਗਦਾ ਉਸੇ ਤਰੀਕੇ ਨਾਲ ਹੁੰਦਾ। ਇਹ ਤਿੰਨੋਂ ਜਿਹੜਾ ਹੈ ਦੇ ਆਰ ਨਨ, ਇਹ ਕੁਛ ਨਹੀਂ ਹੈ ਜੋ ਹੈ। ਪਰ ਜਿਨ੍ਹਾਂ ਨੇ ਲੋਕਾਂ ਨੂੰ ਮਿਸਗਾਈਡ ਕਰਨਾ ਹੈ, ਉਹ ਜਿਹੜਾ ਹੈ ਅਗਲੀ ਪੰਕਤੀ ਜਿਹਦੇ ਵਿੱਚ ਗੁਰੂ ਸਾਹਿਬ ਨੇ ਜਿਹੜਾ ਹੈ ਨਿਰਣੇ ਦਿੱਤਾ ਹੈ, ਉਹ ਨਹੀਂ ਸੁਣਾਉਣੀ ਉਹਨਾਂ ਨੇ। ਇਸ ਕਰਕੇ ਸਾਨੂੰ ਗੁਰਬਾਣੀ ਨੂੰ ਖੁਦ ਪੜ੍ਹਨਾ ਚਾਹੀਦਾ ਹੈ, ਖੁਦ ਜਿਹੜਾ ਹੈ ਸਹਿਜੇ ਸਹਿਜੇ ਵਿਚਾਰ ਕੇ ਪੜ੍ਹਨਾ ਹੈ। ਜਦੋਂ ਅਸੀਂ ਵਿਚਾਰ ਕੇ ਬਾਣੀ ਨੂੰ ਪੜ੍ਹਾਂਗੇ, ਉਹਦੇ ਲਿਟਰਲ ਮੀਨਿੰਗ ਨੂੰ ਸਮਝ ਕੇ, ਉਹਦੇ ਅਰਥ ਭਾਵ ਨੂੰ ਸਮਝ ਕੇ ਪੜ੍ਹਾਂਗੇ, ਤਾਂ ਫਿਰ ਸਾਨੂੰ ਜਿਹੜੀ ਹੈ ਬਾਣੀ ਕੰਠ ਵੀ ਹੋਏਗੀ। ਫਿਰ ਸਾਨੂੰ ਕੋਈ ਜਿਹੜਾ ਹੈ ਮਿਸਲੀਡ ਨਹੀਂ ਕਰ ਸਕੇਗਾ, ਮਿਸਗਾਈਡ ਨਹੀਂ ਕਰ ਸਕੇਗਾ। ਫਿਰ ਸਾਨੂੰ ਵੀਡੀਓ ਚੰਗੀ ਲੱਗੇ ਇਸ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਮੇਰੇ ਚੈਨਲ ਸੁਖਦੇਵ ਸਿੰਘ ਟਾਹਲੀ ਨੂੰ ਸਬਸਕ੍ਰਾਈਬ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।